ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਮੈਂਟਰ ਵਾਈਜੀ ਕੋਚਿੰਗ ਤੋਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੇ ਤੁਸੀਂ CTET ਦੀ ਤਿਆਰੀ ਕਰ ਰਹੇ ਹੋ ਤੇ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਯਾਨੀ ਕਿ CDP ਦਾ ਇੰਨਾ ਵੱਡਾ ਸਿਲੇਬਸ ਦੇਖ ਕੇ ਥੋੜਾ ਘਬਰਾ ਰਹੇ ਹੋ ਤਾਂ ਤੁਸੀਂ ਬਿਲਕੁਲ ਸਹੀ ਥਾਂ ਤੇ ਹੋ। ਅੱਜ ਆਪਾਂ CDP ਦੇ ਉਹ 10 ਖਾਸ ਟੌਪਿਕਸ ਨੂੰ ਸਮਝਾਂਗੇ ਜਿਨ੍ਹਾਂ ਚੋਂ 20 ਤੋਂ ਵੀ ਵੱਧ ਨੰਬਰ ਆਰਾਮ ਨਾਲ ਬਣ ਜਾਂਦੇ ਨੇ ਤੇ ਇਹ ਤੁਹਾਡੀ ਤਿਆਰੀ ਨੂੰ ਇੱਕ ਸਮਾਰਟ ਡਾਇਰੈਕਸ਼ਨ ਦੇਣਗੇ। ਦੇਖੋ, ਸੀਟੈਟ ਦਾ ਇਮਤਿਹਾਨ ਸਿਰ ਤੇ ਹੈ ਤੇ ਮਨੋਵਿਗਿਆਨ ਦੀਆਂ ਮੋਟੀਆਂ-ਮੋਟੀਆਂ ਕਿਤਾਬਾਂ ਦੇਖ ਕੇ ਘਬਰਾਹਟ ਹੋਣਾ ਬਹੁਤ ਸੁਭਾਵਿਕ ਹੈ। ਅਕਸਰ ਸਟੂਡੈਂਟਸ ਹਰ ਇੱਕ ਪੰਨਾ ਰੱਟਣ ਦੀ ਕੋਸ਼ਿਸ਼ ਕਰਦੇ ਨੇ, ਜਿਸ ਨੂੰ ਆਪਾਂ ਕਹਿੰਦੇ ਆ ਹਾਰਡ ਵਰਕ। ਪਰ ਸਮਾਰਟ ਵਰਕ ਦਾ ਮਤਲਬ ਹੈ ਇਹ ਸਮਝਣਾ ਕਿ ਧਿਆਨ ਕਿੱਥੇ ਲਾਉਣਾ ਹੈ, ਤੇ ਅੱਜ ਆਪਾਂ ਬਸ ਇਹੀ ਕਰਨ ਵਾਲੇ ਹਾਂ। ਪਰ ਕੀ ਤੁਸੀਂ ਜਾਣਦੇ ਹੋ ਕਿ CDP ਦੇ 30 ਨੰਬਰਾਂ ਵਿੱਚੋਂ ਲਗਭਗ 20 ਤੋਂ 22 ਨੰਬਰ ਸਿਰਫ 10 ਚੁਣੇ ਹੋਏ ਟੌਪਿਕਸ ਚੋਂ ਹੀ ਆਉਂਦੇ ਨੇ? ਹਾਂਜੀ, ਬਿਲਕੁਲ ਸਹੀ ਸੁਣਿਆ। ਇਹ ਕੋਈ ਤੁੱਕਾ ਨਹੀਂ, ਬਲਕਿ ਪਿਛਲੇ 10 ਸਾਲਾਂ ਦੇ ਪੇਪਰਾਂ ਦੇ ਬਹੁਤ ਡੂੰਘੇ ਵਿਸ਼ਲੇਸ਼ਣ ਦਾ ਨਤੀਜਾ ਹੈ। ਤੇ ਰੁਕੋ, ਗੱਲ ਇੱਥੇ ਖਤਮ ਨਹੀਂ ਹੁੰਦੀ। ਆਪਾਂ ਇੱਕ ਅਜਿਹੇ ਕਿੰਗ ਮੇਕਰ ਟੌਪਿਕ ਦਾ ਪਰਦਾਫਾਸ਼ ਕਰਾਂਗੇ ਜੋ ਸਿਰਫ CDP 'ਚ ਨਹੀਂ, ਬਲਕਿ ਮੈਥਸ, EVS ਤੇ ਲੈਂਗੁਏਜ ਪੈਡਾਗੋਜੀ 'ਚ ਵੀ ਤੁਹਾਡੀ ਮਦਦ ਕਰੇਗਾ। ਨਾਲ ਹੀ ਇੱਕ ਅਜਿਹਾ ਸੀਕ੍ਰੇਟ ਰੂਲ ਜੋ ਪੈਡਾਗੋਜੀ ਦੇ ਹਰ ਸਵਾਲ ਨੂੰ ਹੱਲ ਕਰਨ ਦੀ ਮਾਸਟਰ ਚਾਬੀ ਸਾਬਿਤ ਹੋਵੇਗਾ। ਤਾਂ ਫਿਰ ਤਿਆਰ ਹੋ? ਚਲੋ ਆਪਾਂ ਆਪਣੇ ਸਫ਼ਰ ਨੂੰ ਸ਼ੁਰੂ ਕਰਦੇ ਹਾਂ। ਇਹ ਹੈ ਸਾਡਾ ਅੱਜ ਦਾ ਰੋਡ ਮੈਪ ਜੋ ਸਾਨੂੰ ਸਿੱਧਾ ਸਫਲਤਾ ਦੀ ਮੰਜ਼ਿਲ ਤੱਕ ਲੈ ਕੇ ਜਾਵੇਗਾ। ਚਲੋ ਜੀ, ਸ਼ੁਰੂਆਤ ਕਰਦੇ ਹਾਂ CDP ਦੀ ਸ਼ਾਹੀ ਤਿਕੜੀ ਨਾਲ। ਜੀਨ ਪਿਆਜੇ, ਲੇਵ ਵਾਈਗੋਟਸਕੀ ਅਤੇ ਲਾਰੈਂਸ ਕੋਲਹਬਰਗ ਇਹ 3 ਮਨੋਵਿਗਿਆਨੀ ਬਾਲ ਵਿਕਾਸ ਦੀ ਨੀਂਹ ਹਨ ਤੇ ਇਹਨਾਂ ਦੇ ਸਿਧਾਂਤਾਂ ਨੂੰ ਸਮਝੇ ਬਿਨਾਂ CDP ਵਿੱਚ ਚੰਗੇ ਨੰਬਰ ਲੈਣਾ ਲਗਭਗ ਨਾਮੁਮਕਿਨ ਹੈ। ਇਸ ਤਿਕੜੀ ਵਿੱਚ ਸਭ ਤੋਂ ਪਹਿਲਾ ਨਾਮ ਹੈ ਜੀਨ ਪਿਆਜੇ ਦਾ, ਜਿਨ੍ਹਾਂ ਨੇ ਸੰਗਿਆਨਾਤਮਕ ਵਿਕਾਸ ਯਾਨੀ ਕਿ ਕੋਗਨੀਟਿਵ ਡਿਵੈਲਪਮੈਂਟ ਦਾ ਸਿਧਾਂਤ ਦਿੱਤਾ। ਉਹਨਾਂ ਦਾ ਸਭ ਤੋਂ ਮਸ਼ਹੂਰ ਵਿਚਾਰ ਹੈ ਕਿ ਬੱਚਾ ਇੱਕ ਨਿੱਕਾ ਜਿਹਾ ਵਿਗਿਆਨੀ ਹੈ। ਇਸ ਦਾ ਮਤਲਬ ਹੈ ਕਿ ਬੱਚਾ ਕੋਈ ਖਾਲੀ ਪਾਂਡਾ ਨਹੀਂ, ਸਗੋਂ ਉਹ ਇੱਕ ਖੋਜੀ ਹੈ ਜੋ ਆਸ-ਪਾਸ ਦੀ ਦੁਨੀਆ ਨਾਲ ਖੁਦ ਪ੍ਰਯੋਗ ਕਰਕੇ ਆਪਣੇ ਗਿਆਨ ਦਾ ਨਿਰਮਾਣ ਕਰਦਾ ਹੈ। ਇਸ ਨੂੰ ਸਮਝਾਉਣ ਲਈ ਪਿਆਜੇ ਨੇ 4 ਸਟੇਜਾਂ ਦਿੱਤੀਆਂ। ਪਹਿਲੀ ਹੈ ਸੈਂਸਰੀ ਮੋਟਰ, ਜਨਮ ਤੋਂ 2 ਸਾਲ ਤੱਕ, ਜਿੱਥੇ ਬੱਚਾ ਆਪਣੀਆਂ ਸੈਂਸਸ ਯਾਨੀ ਇੰਦਰੀਆਂ ਰਾਹੀਂ ਸਿੱਖਦਾ ਹੈ। ਦੂਜੀ ਹੈ ਪ੍ਰੀ ਆਪਰੇਸ਼ਨਲ, 2 ਤੋਂ 7 ਸਾਲ, ਜਿੱਥੇ ਭਾਸ਼ਾ ਤਾਂ ਆ ਜਾਂਦੀ ਹੈ ਪਰ ਤਰਕ ਯਾਨੀ ਲੌਜਿਕ ਦੀ ਕਮੀ ਹੁੰਦੀ ਹੈ। ਤੀਜੀ ਹੈ ਕੰਕਰੀਟ ਆਪਰੇਸ਼ਨਲ, 7 ਤੋਂ 11 ਸਾਲ, ਜਿੱਥੇ ਬੱਚਾ ਠੋਸ ਚੀਜ਼ਾਂ ਬਾਰੇ ਤਰਕ ਲਗਾ ਸਕਦਾ ਹੈ। ਅਤੇ ਚੌਥੀ ਹੈ ਫਾਰਮਲ ਆਪਰੇਸ਼ਨਲ, 11 ਸਾਲ ਤੋਂ ਬਾਅਦ, ਜਿੱਥੇ ਐਬਸਟ੍ਰੈਕਟ ਸੋਚ ਜਿਵੇਂ ਕਿ ਨਿਆਂ ਤੇ ਇਮਾਨਦਾਰੀ ਬਾਰੇ ਸੋਚਣਾ ਸੰਭਵ ਹੋ ਜਾਂਦਾ ਹੈ। ਵਿਦਿਆਰਥੀਓ, ਜੇਕਰ ਤੁਹਾਨੂੰ ਸਾਡੀਆਂ ਇਹ ਕਲਾਸਾਂ ਪਸੰਦ ਆ ਰਹੀਆਂ ਹਨ ਤਾਂ ਯਕੀਨ ਮੰਨੋ ਤੁਹਾਨੂੰ ਸਾਡੀ ਮੌਕ ਟੈਸਟ ਸੀਰੀਜ਼ ਵੀ ਬਹੁਤ ਪਸੰਦ ਆਵੇਗੀ। ਇਸ ਦੇ ਕੁਝ ਸੈਂਪਲ ਦੇਖਣ ਲਈ ਸਾਡੇ ਟੈਲੀਗ੍ਰਾਮ ਚੈਨਲ ਤੇ ਜਾਓ, ਜਿਸ ਦਾ ਲਿੰਕ ਤੁਹਾਨੂੰ ਹੇਠਾਂ ਡਿਸਕ੍ਰਿਪਸ਼ਨ ਅਤੇ ਪਿਨ ਕੀਤੇ ਕਮੈਂਟ ਸੈਕਸ਼ਨ ਵਿੱਚ ਮਿਲ ਜਾਵੇਗਾ। ਚਲੋ ਹੁਣ ਮਿਲਦੇ ਆ ਤਿਕੜੀ ਦੇ ਦੂਜੇ ਮੈਂਬਰ ਲੇਵ ਵਾਈਗੋਟਸਕੀ ਨੂੰ। ਜਿੱਥੇ ਪਿਆਜੇ ਨੇ ਬੱਚੇ ਨੂੰ ਇੱਕ ਇਕੱਲੇ ਵਿਗਿਆਨੀ ਵਜੋਂ ਦੇਖਿਆ, ਉੱਥੇ ਵਾਈਗੋਟਸਕੀ ਨੇ ਕਿਹਾ ਕਿ ਸਿੱਖਣਾ ਇੱਕ ਸਮਾਜਿਕ ਕਿਰਿਆ ਹੈ। ਉਹਨਾਂ ਦਾ ਮੰਨਣਾ ਸੀ ਕਿ ਬੱਚਾ ਸਮਾਜ ਅਤੇ ਸੱਭਿਆਚਾਰ ਨਾਲ ਗੱਲਬਾਤ ਕਰਕੇ ਸਿੱਖਦਾ ਹੈ। ਇਸੇ ਕਰਕੇ ਉਹਨਾਂ ਦੀ ਥਿਊਰੀ ਨੂੰ ਸੋਸ਼ੀਓ-ਕਲਚਰਲ ਥਿਊਰੀ ਯਾਨੀ ਸਮਾਜਿਕ ਸੱਭਿਆਚਾਰਿਕ ਸਿਧਾਂਤ ਕਿਹਾ ਜਾਂਦਾ ਹੈ। ਵਾਈਗੋਟਸਕੀ ਨੂੰ ਸਮਝਣ ਲਈ 3 ਜਾਦੂਈ ਸ਼ਬਦ ਯਾਦ ਰੱਖੋ: ZPD, ਸਕੈਫੋਲਡਿੰਗ ਅਤੇ ਪ੍ਰਾਈਵੇਟ ਸਪੀਚ। ZPD ਯਾਨੀ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਉਹ ਦਾਇਰਾ ਹੈ ਜਿੱਥੇ ਬੱਚਾ ਇਕੱਲੇ ਤਾਂ ਕੰਮ ਨਹੀਂ ਕਰ ਸਕਦਾ, ਪਰ ਕਿਸੇ ਵੱਡੇ ਦੀ ਮਦਦ ਨਾਲ ਕਰ ਸਕਦਾ ਹੈ। ਤੇ ਇਹ ਜਿਹੜੀ ਥੋੜੇ ਸਮੇਂ ਲਈ ਮਦਦ ਦਿੱਤੀ ਜਾਂਦੀ ਹੈ, ਉਸ ਨੂੰ ਹੀ ਸਕੈਫੋਲਡਿੰਗ ਕਿਹਾ ਜਾਂਦਾ ਹੈ। ਬਿਲਕੁਲ ਉਵੇਂ ਜਿਵੇਂ ਸਾਈਕਲ ਸਿਖਾਉਂਦੇ ਹੋਏ ਪਿੱਛੋਂ ਸਹਾਰਾ ਦੇਣਾ ਤੇ ਫਿਰ ਹੌਲੀ-ਹੌਲੀ ਛੱਡ ਦੇਣਾ। ਤੀਜਾ ਕਨਸੈਪਟ ਹੈ ਪ੍ਰਾਈਵੇਟ ਸਪੀਚ ਯਾਨੀ ਨਿੱਜੀ ਭਾਸ਼ਣ। ਕਦੇ ਕਿਸੇ ਬੱਚੇ ਨੂੰ ਖੇਡਦੇ ਹੋਏ ਆਪਣੇ ਆਪ ਨਾਲ ਗੱਲਾਂ ਕਰਦੇ ਦੇਖਿਆ ਹੈ? ਪਿਆਜੇ ਇਸ ਨੂੰ ਅਹੰਕਾਰੀ ਭਾਸ਼ਣ ਯਾਨੀ ਈਗੋਸੈਂਟ੍ਰਿਕ ਸਪੀਚ ਕਹਿੰਦੇ ਸਨ ਤੇ ਇਸ ਨੂੰ ਬੇਕਾਰ ਸਮਝਦੇ ਸਨ। ਪਰ ਵਾਈਗੋਟਸਕੀ ਨੇ ਕਿਹਾ ਕਿ ਨਹੀਂ, ਇਹ ਬਹੁਤ ਜ਼ਰੂਰੀ ਹੈ। ਇਹ ਬੱਚੇ ਦਾ ਆਪਣੇ ਕੰਮਾਂ ਨੂੰ ਪਲਾਨ ਕਰਨ ਤੇ ਖੁਦ ਨੂੰ ਡਾਇਰੈਕਟ ਕਰਨ ਦਾ ਇੱਕ ਤਰੀਕਾ ਹੈ, ਜਿਸ ਨੂੰ ਆਪਾਂ ਸਵੈ-ਨਿਯਮ ਯਾਨੀ ਸੈਲਫ ਰੈਗੂਲੇਸ਼ਨ ਕਹਿੰਦੇ ਹਾਂ। ਹੁਣ ਵਾਰੀ ਹੈ ਤਿਕੜੀ ਦੇ ਆਖਰੀ ਮੈਂਬਰ ਲਾਰੈਂਸ ਕੋਹਲਬਰਗ ਦੀ, ਜਿਨ੍ਹਾਂ ਨੇ ਨੈਤਿਕ ਵਿਕਾਸ ਯਾਨੀ ਮੋਰਲ ਡਿਵੈਲਪਮੈਂਟ ਦਾ ਸਿਧਾਂਤ ਦਿੱਤਾ। ਉਹਨਾਂ ਨੇ 3 ਲੈਵਲ ਦੱਸੇ। ਪਹਿਲਾ ਪੂਰਵ ਪਰੰਪਰਾਗਤ, ਜਿੱਥੇ ਬੱਚਾ ਸਿਰਫ ਸਜ਼ਾ ਤੋਂ ਬਚਣ ਲਈ ਗੱਲ ਮੰਨਦਾ ਹੈ। ਦੂਜਾ ਪਰੰਪਰਾਗਤ, ਜਿੱਥੇ ਲੋਕ ਕੀ ਕਹਿਣਗੇ ਜਾਂ ਕਾਨੂੰਨ ਕੀ ਕਹਿੰਦਾ ਹੈ, ਇਸ ਆਧਾਰ ਤੇ ਫੈਸਲੇ ਲਏ ਜਾਂਦੇ ਹਨ।
ਅਤੇ ਤੀਜਾ ਉੱਤਰ ਪਰੰਪਰਾਗਤ, ਜਿੱਥੇ ਇਨਸਾਨ ਆਪਣੇ ਅੰਦਰੂਨੀ ਨੈਤਿਕ ਸਿਧਾਂਤਾਂ ਦੇ ਆਧਾਰ ਤੇ ਫੈਸਲੇ ਲੈਂਦਾ ਹੈ, ਭਾਵੇਂ ਉਹ ਕਾਨੂੰਨ ਦੇ ਖਿਲਾਫ ਹੀ ਕਿਉਂ ਨਾ ਹੋਣ। ਚਲੋ ਹੁਣ ਇੱਕ ਛੋਟਾ ਜਿਹਾ ਸਵਾਲ। ਮੰਨ ਲਓ ਇੱਕ ਬੱਚਾ ਇੱਕ ਮੁਸ਼ਕਿਲ ਪਜ਼ਲ ਨੂੰ ਸੋਲਵ ਕਰਦੇ ਹੋਏ ਖੁਦ ਨੂੰ ਕਹਿ ਰਿਹਾ ਹੈ, ਪਹਿਲਾਂ ਸਾਈਡ ਵਾਲੇ ਟੁਕੜੇ ਲੱਭਦੇ ਹਾਂ। ਵਾਈਗੋਟਸਕੀ ਇਸ ਨੂੰ ਕੀ ਕਹਿਣਗੇ? ਥੋੜਾ ਸੋਚੋ ਤੇ ਆਪਣਾ ਜਵਾਬ ਕਮੈਂਟਸ ਵਿੱਚ ਜ਼ਰੂਰ ਲਿਖੋ। ਬਹੁਤ ਵਧੀਆ, ਆਪਾਂ 3 ਸਭ ਤੋਂ ਵੱਡੇ ਸਿਧਾਂਤਾਂ ਸਮਝ ਲਏ। ਹੁਣ ਚਲੋ ਕੁਝ ਹੋਰ ਬੁਨਿਆਦੀ ਗੱਲਾਂ ਵੱਲ ਵਧਦੇ ਹਾਂ ਜੋ CDP ਦੀ ਨੀਂਹ ਹਨ। ਆਪਣਾ ਅਗਲਾ ਟੌਪਿਕ ਹੈ ਵਾਧਾ ਅਤੇ ਵਿਕਾਸ, ਯਾਨੀ ਗ੍ਰੋਥ ਐਂਡ ਡਿਵੈਲਪਮੈਂਟ। ਅਕਸਰ ਲੋਕ ਵਾਧਾ ਤੇ ਵਿਕਾਸ ਨੂੰ ਇੱਕੋ ਚੀਜ਼ ਸਮਝ ਲੈਂਦੇ ਨੇ, ਪਰ ਇਹਨਾਂ 'ਚ ਬਹੁਤ ਫਰਕ ਹੈ। ਵਾਧਾ ਯਾਨੀ ਗ੍ਰੋਥ ਮਾਤਰਾਤਮਕ ਹੈ, ਜਿਵੇਂ ਕੱਦ ਜਾਂ ਭਾਰ ਵਧਣਾ, ਜਿਸ ਨੂੰ ਆਪਾਂ ਮਾਪ ਸਕਦੇ ਹਾਂ। ਇਹ ਇੱਕ ਉਮਰ ਤੇ ਆ ਕੇ ਰੁਕ ਜਾਂਦਾ ਹੈ। ਦੂਜੇ ਪਾਸੇ ਵਿਕਾਸ ਯਾਨੀ ਡਿਵੈਲਪਮੈਂਟ ਗੁਣਾਤਮਕ ਹੈ, ਜਿਵੇਂ ਸੋਚਣ ਦਾ ਤਰੀਕਾ ਬਦਲਣਾ, ਸਮਾਜਿਕ ਸਮਝ ਵਧਣੀ। ਇਹ ਗਰਭ ਤੋਂ ਲੈ ਕੇ ਕਬਰ ਤੱਕ ਯਾਨੀ ਸਾਰੀ ਉਮਰ ਚੱਲਦਾ ਹੈ। ਵਿਕਾਸ 2 ਪੱਕੀਆਂ ਦਿਸ਼ਾਵਾਂ ਵਿੱਚ ਹੁੰਦਾ ਹੈ। ਪਹਿਲੀ ਹੈ ਸਿਫਾਲੋਕੌਡਲ ਯਾਨੀ ਸਿਰ ਤੋਂ ਪੈਰਾਂ ਵੱਲ। ਤੁਸੀਂ ਦੇਖਿਆ ਹੋਵੇਗਾ, ਬੱਚਾ ਪਹਿਲਾਂ ਆਪਣਾ ਸਿਰ ਚੁੱਕਣਾ ਸਿੱਖਦਾ ਹੈ, ਫਿਰ ਬੈਠਣਾ ਤੇ ਫਿਰ ਤੁਰਨਾ। ਦੂਜੀ ਦਿਸ਼ਾ ਹੈ ਪ੍ਰੋਕਸੀਮੋਡਿਸਟਲ ਯਾਨੀ ਸਰੀਰ ਦੇ ਕੇਂਦਰ ਤੋਂ ਬਾਹਰ ਵੱਲ। ਬੱਚੇ ਦੀ ਰੀੜ੍ਹ ਦੀ ਹੱਡੀ ਪਹਿਲਾਂ ਮਜ਼ਬੂਤ ਹੁੰਦੀ ਹੈ ਤੇ ਹੱਥਾਂ ਤੇ ਉਂਗਲਾਂ ਤੇ ਕੰਟਰੋਲ ਬਾਅਦ ਵਿੱਚ ਆਉਂਦਾ ਹੈ। ਇੱਕ ਬਹੁਤ ਵੱਡੀ ਗਲਤਫਹਿਮੀ ਇਹ ਹੈ ਕਿ ਵਿਕਾਸ ਇੱਕ ਸਿੱਧੀ ਲਾਈਨ 'ਚ ਹੁੰਦਾ ਹੈ, ਪਰ ਅਸਲ 'ਚ ਇਹ ਸਰਪਲ ਯਾਨੀ ਸਪਾਈਰਲ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਵਿਕਾਸ ਦੀ ਰਫ਼ਤਾਰ ਇੱਕੋ ਜਿਹੀ ਨਹੀਂ ਰਹਿੰਦੀ। ਕਦੇ ਇਹ ਤੇਜ਼ ਹੁੰਦਾ ਹੈ, ਕਦੇ ਹੌਲੀ, ਤੇ ਕਈ ਵਾਰ ਇਹ ਕਦਮ ਪਿੱਛੇ ਵੀ ਜਾਂਦਾ ਹੈ ਤਾਂ ਜੋ ਅੱਗੇ 2 ਕਦਮਾਂ ਦੀ ਛਾਲ ਮਾਰ ਸਕੇ। ਤਾਂ ਲੋ ਜੀ, ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ। ਹੁਣ ਵੇਲਾ ਹੈ ਉਸ ਕਿੰਗਮੇਕਰ ਟੌਪਿਕ ਦਾ ਪਰਦਾ ਚੁੱਕਣ ਦਾ, ਜੋ ਤੁਹਾਡੇ ਸਕੋਰ ਨੂੰ 15+ ਨੰਬਰਾਂ ਤੱਕ ਵਧਾ ਸਕਦਾ ਹੈ। ਤਾਂ ਇਹ ਕਿੰਗਮੇਕਰ ਕੋਈ ਇੱਕ ਟੌਪਿਕ ਨਹੀਂ, ਬਲਕਿ 3 ਬਹੁਤ ਹੀ ਮਹੱਤਵਪੂਰਨ ਦਸਤਾਵੇਜ਼ ਹਨ। NCF 2005 ਯਾਨੀ ਨੈਸ਼ਨਲ ਕਰਿਕੂਲਮ ਫਰੇਮਵਰਕ, NEP 2020 ਯਾਨੀ ਨਿਊ ਐਜੂਕੇਸ਼ਨ ਪਾਲਿਸੀ ਔਰ RTE 2009 ਯਾਨੀ ਰਾਈਟ ਟੂ ਐਜੂਕੇਸ਼ਨ ਐਕਟ। ਇਹ ਦਸਤਾਵੇਜ਼ ਭਾਰਤੀ ਸਿੱਖਿਆ ਸਿਸਟਮ ਦੀ ਬਾਈਬਲ ਵਾਂਗ ਹਨ ਤੇ ਹਰ ਵਿਸ਼ੇ ਦੀ ਪੈਡਾਗੋਜੀ ਇਹਨਾਂ ਦੇ ਸਿਧਾਂਤਾਂ ਤੇ ਹੀ ਆਧਾਰਿਤ ਹੈ। ਤੇ ਇੱਥੋਂ ਹੀ ਨਿਕਲਦਾ ਹੈ ਸਾਡਾ ਉਹ ਸੀਕ੍ਰੀਟ ਰੂਲ ਜੋ ਸਿੱਧਾ NCF ਤੋਂ ਆਇਆ ਹੈ। NCF ਕਹਿੰਦਾ ਹੈ ਕਿ ਸਿੱਖਿਆ ਹਮੇਸ਼ਾ ਬਾਲ ਕੇਂਦਰਿਤ ਹੋਣੀ ਚਾਹੀਦੀ ਹੈ। ਇਸ ਲਈ ਪੇਪਰ ਵਿੱਚ ਜਿਸ ਵੀ ਆਪਸ਼ਨ 'ਚ ਬੱਚਾ ਐਕਟਿਵ ਹੈ, ਖੋਜ ਕਰ ਰਿਹਾ ਹੈ, ਸਵਾਲ ਪੁੱਛ ਰਿਹਾ ਹੈ ਜਾਂ ਕੁਝ ਬਣਾ ਰਿਹਾ ਹੈ, ਉਹ ਜਵਾਬ 99% ਕੇਸਾਂ ਵਿੱਚ ਸਹੀ ਹੋਵੇਗਾ। ਇਸ ਨਿਯਮ ਨੂੰ ਆਪਣਾ ਬ੍ਰਹਮਾਸਤਰ ਬਣਾ ਲਓ। ਬਹੁਤ ਵਧੀਆ, ਆਪਾਂ ਇਹ ਤਾਂ ਸਿੱਖ ਲਿਆ ਹੈ ਕਿ ਕੀ ਪੜ੍ਹਾਉਣਾ ਹੈ। ਹੁਣ ਵਾਰੀ ਹੈ ਇਹ ਦੇਖਣ ਦੀ ਕਿ ਕਿਵੇਂ ਪੜ੍ਹਾਉਣਾ ਹੈ। ਇਹ ਕੁਝ ਜ਼ਰੂਰੀ ਪੈਡਾਗੋਜੀਕਲ ਟੂਲਸ ਹਨ ਜੋ ਹਰ ਅਧਿਆਪਕ ਦੇ ਕੋਲ ਹੋਣੇ ਚਾਹੀਦੇ ਹਨ। ਪਹਿਲਾ ਅਤੇ ਸਭ ਤੋਂ ਜ਼ਰੂਰੀ ਟੂਲ ਹੈ ਸ਼ਾਮਿਲ ਸਿੱਖਿਆ ਯਾਨੀ ਇਨਕਲੂਸਿਵ ਐਜੂਕੇਸ਼ਨ। ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਹਰ ਬੱਚੇ ਨੂੰ, ਚਾਹੇ ਉਸ ਦੇ ਯੋਗਤਾ, ਪਿਛੋਕੜ ਜਾਂ ਹਾਲਾਤ ਕੁਝ ਵੀ ਹੋਣ, ਇੱਕੋ ਕਲਾਸਰੂਮ ਵਿੱਚ ਬਰਾਬਰ ਸਿੱਖਣ ਦਾ ਹੱਕ ਹੈ। ਇਸੇ ਨਾਲ ਜੁੜਿਆ ਹੈ ਸਿੱਖਣ ਦੀਆਂ ਅਸਮਰਥਾਵਾਂ ਯਾਨੀ ਲਰਨਿੰਗ ਡਿਸੇਬਿਲਿਟੀਜ਼ ਨੂੰ ਸਮਝਣਾ, ਜਿਵੇਂ ਕਿ ਡਿਸਲੈਕਸੀਆ ਪੜ੍ਹਨ ਵਿੱਚ ਮੁਸ਼ਕਿਲ, ਡਿਸਗ੍ਰਾਫੀਆ ਲਿਖਣ ਵਿੱਚ ਮੁਸ਼ਕਿਲ ਅਤੇ ਡਿਸਕੈਲਕੂਲੀਆ ਗਣਿਤ ਵਿੱਚ ਮੁਸ਼ਕਿਲ। ਇੱਕ ਗੱਲ ਹਮੇਸ਼ਾ ਯਾਦ ਰੱਖਣੀ ਹੈ ਕਿ ਇਹ ਬਿਮਾਰੀਆਂ ਨਹੀਂ, ਬਲਕਿ ਸਿੱਖਣ ਦੇ ਵੱਖਰੇ-ਵੱਖਰੇ ਤਰੀਕੇ ਹਨ। ਹੁਣ ਗੱਲ ਕਰਦੇ ਹਾਂ ਮੁਲਾਂਕਣ ਦੀ। ਇਸ ਨੂੰ ਇੱਕ ਉਦਾਹਰਣ ਨਾਲ ਸਮਝਦੇ ਹਾਂ। ਜਦੋਂ ਕੋਈ ਸ਼ੈਫ ਖਾਣਾ ਬਣਾਉਂਦੇ ਹੋਏ ਸੂਪ ਨੂੰ ਚੱਖ ਕੇ ਦੇਖਦਾ ਹੈ ਤਾਂ ਕਿ ਉਸ ਨੂੰ ਹੋਰ ਬਿਹਤਰ ਬਣਾ ਸਕੇ, ਉਹ ਕਰ ਰਿਹਾ ਹੈ ਸਿੱਖਣ ਲਈ ਮੁਲਾਂਕਣ ਯਾਨੀ ਅਸੈਸਮੈਂਟ ਫॉर ਲਰਨਿੰਗ। ਪਰ ਜਦੋਂ ਗਾਹਕ ਖਾਣਾ ਖਾਣ ਤੋਂ ਬਾਅਦ ਦੱਸਦਾ ਹੈ ਕਿ ਸੂਪ ਕਿਹੋ ਜਿਹਾ ਸੀ, ਉਹ ਕਰ ਰਿਹਾ ਹੈ ਸਿੱਖਣ ਦਾ ਮੁਲਾਂਕਣ ਯਾਨੀ ਅਸੈਸਮੈਂਟ ਆਫ ਲਰਨਿੰਗ। ਸਾਨੂੰ ਅਧਿਆਪਕ ਬਣ ਕੇ ਸ਼ੈਫ ਵਾਂਗ ਕੰਮ ਕਰਨਾ ਹੈ, ਗਾਹਕ ਵਾਂਗ ਨਹੀਂ। ਸਾਡਾ ਮਕਸਦ ਸੁਧਾਰ ਕਰਨਾ ਹੈ, ਨਾ ਕਿ ਸਿਰਫ ਜਜਮੈਂਟ ਦੇਣਾ। ਤਾਂ ਚਲੋ ਹੁਣ ਇੱਕ ਤੇਜ਼ ਨਜ਼ਰ ਮਾਰਦੇ ਹਾਂ ਉਹਨਾਂ ਸਾਰੇ 10 ਟੌਪਿਕਸ ਤੇ ਜੋ ਤੁਹਾਡੀ CDP ਦੀ ਸਫਲਤਾ ਦੀ ਗਾਰੰਟੀ ਹਨ। ਇਹ ਤੁਹਾਡੀ ਫਾਈਨਲ ਚੈੱਕਲਿਸਟ ਹੈ। ਤਾਂ ਇਹ ਹਨ ਉਹ 10 ਖਾਸ ਵਿਸ਼ੇ। ਪਹਿਲਾ, ਪਿਆਜੇ, ਵਾਈਗੋਟਸਕੀ ਅਤੇ ਕੋਲਬਰਗ ਦੀ ਤਿਕੜੀ। ਦੂਜਾ, ਵਾਧਾ ਅਤੇ ਵਿਕਾਸ। ਤੀਜਾ, ਸਮਾਜੀਕਰਨ। ਚੌਥਾ, ਲਿੰਗ। ਪੰਜਵਾਂ, ਸਾਡਾ ਕਿੰਗ ਮੇਕਰ NCF, NEP ਅਤੇ RTE। ਛੇਵਾਂ, ਸ਼ਾਮਿਲ ਸਿੱਖਿਆ। ਸੱਤਵਾਂ, ਸਿੱਖਣ ਦੀਆਂ ਅਸਮਰਥਾਵਾਂ। ਅੱਠਵਾਂ, ਮੁਲਾਂਕਣ। ਨੌਵਾਂ, ਹਾਵਰਡ ਗਾਰਡਨਰ ਦੀ ਬੁੱਧੀ। ਅਤੇ 10ਵਾਂ, ਪ੍ਰੇਰਣਾ ਅਤੇ ਭਾਵਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਹਨਾਂ 10 ਵਿਸ਼ਿਆਂ ਤੇ ਮੁਹਾਰਤ ਹਾਸਲ ਕਰ ਲਈ ਹੈ, ਤਾਂ ਕਮੈਂਟਸ ਵਿੱਚ CDP ਮਿਸ਼ਨ 25+ ਜ਼ਰੂਰ ਲਿਖੋ। ਤੇ ਜਾਣ ਤੋਂ ਪਹਿਲਾਂ ਇੱਕ ਸਵਾਲ, ਇਹਨਾਂ ਵਿੱਚੋਂ ਕਿਹੜਾ ਟੌਪਿਕ ਤੁਹਾਨੂੰ ਸਭ ਤੋਂ ਵੱਧ ਚੁਣੌਤੀਪੂਰਨ ਲੱਗਦਾ ਹੈ?
ਸਾਨੂੰ ਦੱਸੋ, ਹੋ ਸਕਦਾ ਹੈ ਆਪਣਾ ਅਗਲਾ ਵਿਸ਼ਲੇਸ਼ਣ ਉਸੇ ਤੇ ਹੋਵੇ।